पंजाबी खबरां दे विच वड्डी खबर निकल के आ रही है। कल भारत बंद रहेगा, इसलिए सोच विचार करके घरों बाहर निकलियो। भारत बंद का सद्दा चाहे संयुक्त किसान मोर्चे ने दिता, पर इस नूं देश भर दीआं कई जथेबंदियां वल्लों हमायत देण दा ऐलान किया गया। मोर्चे नूं ट्रांसपोर्टरां दीआं कौमी जथेबंदियां समेत ट्रेड यूनियनां ते वपारक संस्थावां दा भी समर्थन हासिल हो चुक्या है। इसलिए भारत बंद का असर पूरे देश विच देखण नूं मिलेगा। किसान लीडर डॉक्टर दर्शनपाल ने दस्सिया कि हर राज दीआं मुख ट्रेड यूनियनां ते स्थानक जथेबंदियां ने बंद का समर्थन किया। देश दीआं 10 वड्डियां ट्रेड यूनियनां दे दो वड्डियां एसोसीएशनां, बैंकां, डॉक्टरां, वकीलां, तकनीकी खेतर दे लोग, मजदूर, कारोबारी संस्थावां, सरकारी ते गैर सरकारी अदारे अते यूनियनां, विद्यार्थी ਅਤੇ महिला ਜਥੇਬੰਦੀਆਂ ਵੱਲੋਂ भी समर्थन ਦੇ ਬਿਆਨ ਆ ਚੁੱਕੇ ਨੇ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਅੰਨਦਾਤਾ ਦੇ ਭਵਿੱਖ ਤੇ ਬਣੇ ਸੰਕਟ ਦੇ ਮੱਦੇਨਜ਼ਰ ਭਾਰਤ ਬੰਦ ਵਿੱਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਾਂਤਮਈ ਰਹਿ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਉਹਨਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਤੇ घट्टो घट्ट समर्थन मुल गारंटी कानून समेत होर मंगां लई कौमी पद्धर ते चल रहे किसान अंदोलन हुण जन अंदोलन बन के लोक हुण महंगाई ते किसानी नाल जुड़े खेतरां ते तिन्नों खेती कानूनां ते पैण वाले माड़े असर तो जाणू हो चुके ने। उन्हां कहा कि एमरजेंसी सेवावां नूं छड्ड के बाकी सब कुछ बंद रहेगा। उधर ट्रेड यूनियन लीडर अमरजीत कौर ने कहा कि देश दीआं मुख ट्रेड यूनियनां ते सेंट्रल ट्रेड यूनियन फार्म ਵੱਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਬੰਦ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ CTU ਨਵੇਂ 4 ਕਿਰਤੀ ਕੋਡਾਂ ਵਾਪਸ ਕਰਾਉਣ, ਸਰਕਾਰੀ ਅਦਾਰਿਆਂ ਦੇ ਨਿਗਮੀਕਰਨ, ਆਪਨਿਵੇਸ਼ ਨੀਤੀ, ਕਾਰਪੋਰੇਟਰ ਪੱਖੀ ਨੀਤੀ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੰਦੇ ਹੋਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ, MSP ਦੀ ਗਰੰਟੀ ਲਈ ਭਾਰਤ ਬੰਦ ਵਿੱਚ ਸ਼ਾਮਲ ਹੋਵੇਗਾ। ਕਿਸਾਨਾਂ ਲਈ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਸਕੀਮ ਦਾ ਸਖਤ ਵਿਰੋਧ ਕਰਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਆਗਮੀ ਹਾੜੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਜਿਨ੍ਹਾਂ ਨੇ ਇਸ ਮੁੱਦੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਮੀਟਿੰਗ ਲਈ ਸਮਾਂ ਮੰਗਿਆ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਆਪਣੀ ਨਿੱਜੀ ਦਖਲ ਦੇਣ ਦੀ ਮੰਗ ਕਰਦਿਆਂ ਇਸ ਸੰਬੰਧੀ ਭਾਰਤ ਸਰਕਾਰ ਤੇ ਖੁਰਾਕ ਖਪਤਕਾਰ ਮਾਮਲਿਆਂ ਤੇ ਜਨਤਕ ਵੰਡ ਮੰਤਰਾਲੇ ਦੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਕੇ ਸਕੀਮ ਨੂੰ ਘੱਟੋ ਘੱਟ 1 ਸਾਲ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਆੜ੍ਹਤੀਆਂ ਦੇ ਕਿਸਾਨਾਂ ਵਿਚਾਲੇ ਚਿਰਸਥਾਈ ਸਬੰਧਾਂ ਦਾ ਹਵਾਲਾ ਦਿੰਦੇ ਉਹਨਾਂ ਇਸ ਗੱਲ ਤੇ ਸਵਾਲ ਕੀਤਾ ਹੈ ਕਿ ਜਦੋਂ ਇਹ ਸਿਸਟਮ ਵਾਧੂ ਵਧੀਆ ਚੱਲ ਰਿਹਾ ਹੈ ਤਾਂ ਇਸ ਨੂੰ ਕਿਉਂ ਬਦਲਿਆ ਜਾ ਰਿਹਾ ਹੈ। ਇੱਕ ਮੀਡੀਆ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰੀਬ 50% ਕਿਸਾਨ ਆਪਣੀ ਜ਼ਮੀਨ ਠੇਕੇ ਤੇ ਦਿੰਦੇ ਨੇ। ਇਸ ਤਰ੍ਹਾਂ ਠੇਕੇ ਤੇ ਜ਼ਮੀਨ ਵਾਹੁਣ ਵਾਲਿਆਂ ਨੂੰ DBT ਰਾਹੀਂ ਪੈਸਾ ਕਿਵੇਂ ਮਿਲੇਗਾ। ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਧਿਆਨ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਵੱਲ ਖਿੱਚਿਆ, ਜਿਸ ਵਿੱਚ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਸਿੱਧੀ ਅਦਾਇਗੀ ਅਤੇ ਜ਼ਮੀਨ ਅਤੇ ਮਾਲਕਾਂ ਅਤੇ ਵਾਹੁਣ ਵਾਲਿਆਂ ਦੇ ਵੇਰਵੇ ਆਨਲਾਈਨ ਜਮ੍ਹਾਂ ਕਰਾਉਣ ਯਕੀਨੀ ਬਣਾਉਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਤੇ ਆੜ੍ਹਤੀਆਂ ਵਿਚਾਲੇ ਬਹੁਤ ਪੁਰਾਣੇ ਸੰਬੰਧ ਨੇ। ਉਹਨਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸੂਬੇ ਦੀ ਖਰੀਦ ਏਜੰਸੀਆਂ ਤੇ FCI ਕੇਂਦਰੀ ਪੂਲ ਲਈ ਅਨਾਜ ਦੀ ਖਰੀਦ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਕਿਸਾਨਾਂ ਨੇ ਕਦੇ ਵੀ MSP ਦੀ ਅਦਾਇਗੀ ਨਾ ਹੋਣ ਦੀ ਸ਼ਿਕਾਇਤ ਨਹੀਂ ਕੀਤੀ ਹੈ ਅਤੇ ਸੂਬਾ ਸਰਕਾਰ ਇਹਨਾਂ ਆੜ੍ਹਤੀਆਂ ਰਾਹੀਂ ਹੀ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਯਕੀਨੀ ਬਣਾ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜ਼ਮੀਨ ਦੇ ਮਾਲਕ ਤੇ ਕਾਸ਼ਤਕਾਰਾਂ ਦੇ ਮਾਮਲੇ ਵਿੱਚ ਬੇਵਜ੍ਹਾ ਕਾਨੂੰਨੀ ਪੇਚੀਦਗੀਆਂ ਪੇਸ਼ ਹੋ ਸਕਦੀਆਂ ਨੇ, ਖਾਸ ਕਰਕੇ ਕਿਸਾਨੀ ਅੰਦੋਲਨ ਦੌਰਾਨ। ਉਹਨਾਂ ਕਿਹਾ ਕਿ ਇਹ ਕਿਸਾਨ ਦਰਮਿਆਨ ਬੇਲੋੜੀ ਬੇਚੈਨੀ ਅਤੇ ਗੁੱਸੇ ਦਾ ਕਾਰਨ ਬਣ ਸਕਦੀ ਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਪ੍ਰਸਤਾਵਿਤ ਦਿਸ਼ਾ ਨਿਰਦੇਸ਼ ਤਹਿਤ ਸੌਫਟਵੇਅਰ ਨੂੰ ਲਿਆਉਣ ਵਿੱਚ ਕਾਫੀ ਸਮਾਂ ਲੱਗੇਗਾ। ਦੇਸ਼ 'ਚ 31 ਮਾਰਚ ਨੂੰ ਸਾਲ ਦਾ ਆਖਰੀ ਦਿਨ ਹੈ। ਆਮਦਨ ਟੈਕਸ ਸਮੇਤ ਕਈ ਟੈਕਸ ਬਚਤ ਪ੍ਰਕਿਰਿਆ ਪੂਰੀ ਕਰਨ ਦਾ ਇਹ ਅੰਤਮ ਦਿਨ ਹੈ। ਇਸ ਸਾਲ ਦੇ ਵਿੱਚ LTC ਯੋਜਨਾ ਦੇ ਤਹਿਤ ਖਰੀਦਦਾਰੀ ਅਤੇ ਉਸ ਦਾ ਬਿੱਲ ਜਮ੍ਹਾਂ ਕਰਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਣੀ ਹੈ। ਤੁਹਾਨੂੰ
ਇਸ ਵਾਰ ਪੈਨ ਆਧਾਰ LTC ਸਕੀਮ ਤਹਿਤ ਖਰੀਦਾਰੀ ਸੋਧੀਆਂ ਹੋਈਆਂ ਇਨਕਮ ਟੈਕਸ ਰਿਟਰਨਾਂ, ਟੈਕਸ ਬਚਾਉਣ ਦੀ ਪ੍ਰਤੀਕਿਰਿਆ ਨੂੰ ਪੂਰਾ ਕਰਨ, ਵਿਵਾਦ ਅਤੇ ਵਿਸ਼ਵਾਸ ਫੈਸਟੀਵਲ ਐਡਵਾਂਸ ਸਕੀਮ ਦਾ ਲਾਭ ਲੈਣ ਲਈ 31 ਮਾਰਚ ਜਾਂ ਇਸ ਤੋਂ ਪਹਿਲਾਂ ਇਹ ਕੰਮ ਪੂਰੇ ਕਰਨੇ ਪੈਣਗੇ। ਨੰਬਰ 1, ਪੈਨ ਆਧਾਰ ਲਿੰਕ ਛੇਤੀ ਕਰਾਓ। ਪੈਨ ਨੂੰ ਆਧਾਰ ਨਾਲ ਜੋੜਨ ਲਈ ਸਰਕਾਰ ਨੇ 31 ਮਾਰਚ 2021 ਤੱਕ ਦਾ ਸਮਾਂ ਦਿੱਤਾ। ਪਹਿਲਾਂ ਇਸ ਦੀ ਆਖਰੀ ਤਾਰੀਖ 30 ਜੂਨ 2020 ਸੀ, ਪਰ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕਰਾਉਣ ਤੇ ਪੈਨ ਗੈਰ ਮਾਨਤਾ ਪ੍ਰਾਪਤ ਹੋ ਜਾਵੇਗਾ। ਨੰਬਰ 2, LTC ਬਿੱਲ ਤੇ ਛੋਟ ਲੈਣ ਦਾ ਮੌਕਾ। ਪਿਛਲੇ ਸਾਲ ਸਰਕਾਰ ਨੇ ਟਰੈਵਲ ਕੰਸੈਸ਼ਨ ਬਿੱਲ ਤੇ ਟੈਕਸ ਛੋਟ ਦੀ ਪ੍ਰਤੀਕਿਰਿਆ ਕੀਤੀ ਸੀ, ਜਿਸ ਦੇ ਤਹਿਤ ਕਰਮਚਾਰੀਆਂ ਨੂੰ 12% ਜਾਂ ਇਸ ਤੋਂ ਵੱਧ ਵਸਤੂ ਤੇ ਸੇਵਾ ਟੈਕਸ GST ਵਾਲੀ ਖਰੀਦਾਰੀ ਤੇ ਛੋਟ ਰਾਸ਼ੀ ਦਾ 3 ਗੁਣਾ ਖਰਚਾ ਕਰਨਾ। ਇਸ ਲਈ LTC ਦਾ ਬਿੱਲ ਦਿੱਤੇ ਗਏ ਫਾਰਮੈਟ 'ਚ ਜਮ੍ਹਾਂ ਕਰਾਉਣਾ ਪਵੇਗਾ ਤੇ ਇਸ ਦੀ ਅੰਤਮ ਤਰੀਕ 31 ਮਾਰਚ ਹੈ। ITR ਭਰਨਾ ਨਾ ਭੁੱਲੋ। ਵਿੱਤੀ ਸਾਲ 2019 ਤੇ 20 ਲਈ ਰਿਵਾਈਜ਼ਡ ITR ਜਾਂ ਦੇਰੀ ਨਾਲ ITR ਇਨਕਮ ਟੈਕਸ ਰਿਟਰਨ ਭਰਨ ਦਾ ਅੰਤਮ ਮੌਕਾ 31 ਮਾਰਚ। ਅਜਿਹਾ ਨਾ ਕਰਨ ਤੇ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਿਵੇਸ਼ ਪ੍ਰਤੀਕਿਰਿਆ ਨੂੰ ਪੂਰਾ ਕਰੋ। ਬੀਮਾ ਨੀਤੀ, ELSS ਹਾਊਸਿੰਗ ਐਜੂਕੇਸ਼ਨ ਲੋਨ ਤੇ PPF ਟੈਕਸ ਛੋਟਾਂ ਸਮੇਤ ਹੋਰ ਵਿਕਲਪਾਂ 'ਚ ਨਿਵੇਸ਼ ਦੀ ਪ੍ਰਤੀਕਿਰਿਆ ਮਾਰਚ ਖਤਮ ਹੋਣ ਤੋਂ ਪਹਿਲਾਂ ਪੂਰੀ ਕਰਨੀ ਹੋਵੇਗੀ। ਇਸ ਤੋਂ ਬਾਅਦ ਮੌਜੂਦਾ ਵਿੱਤੀ ਵਰ੍ਹੇ 'ਚ ਅਜਿਹਾ ਨਹੀਂ ਕੀਤਾ ਜਾ ਸਕਦਾ। ਨੰਬਰ 5, ਬਗੈਰ ਵਿਆਜ ਪੇਸ਼ਗੀ ਪ੍ਰਾਪਤ ਕਰਨ ਦਾ ਮੌਕਾ। ਕੇਂਦਰ ਸਰਕਾਰ ਨੇ ਪਿਛਲੇ ਸਾਲ ਸਰਕਾਰੀ ਕਰਮਚਾਰੀ ਨੂੰ ਵਿਸ਼ੇਸ਼ ਤਿਉਹਾਰ ਪੇਸ਼ਗੀ ਦੀ ਆਪਸ਼ਨ ਦਿੱਤੀ ਸੀ। ਇਸ ਦੇ ਤਹਿਤ ਸਰਕਾਰੀ ਕਰਮਚਾਰੀ ਬਿਨਾਂ ਵਿਆਜ 10,000 ਰੁਪਏ ਤੱਕ ਐਡਵਾਂਸ ਲੈ ਸਕਦੇ ਨੇ। ਇਸ ਦੇ ਬਰਾਬਰ ਇਸ ਨੂੰ 10 ਬਰਾਬਰ ਕਿਸ਼ਤਾਂ ਵਿੱਚ ਅਦਾ ਕਰਨਾ ਹੈ। ਜੇ ਤੁਹਾਨੂੰ ਅਰਜ਼ੀ ਨਹੀਂ ਦਿੱਤੀ ਤਾਂ ਤੁਸੀਂ ਇਸ ਦਾ ਲਾਭ 31 ਮਾਰਚ ਤੋਂ ਪਹਿਲਾਂ ਅਰਜ਼ੀ ਦੇ ਕੇ ਲੈ ਸਕਦੇ ਹੋ। 6, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ। ਪਹਿਲਾਂ ਘਰ ਖਰੀਦਣ ਜਾਂ ਬਣਾਉਣ ਲਈ ਕਰਜ਼ਾ ਲੈਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2,67,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਸੀ। ਕੋਈ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕਰਨ ਲਈ ਇਸ ਮਹੀਨੇ ਦੇ ਅੰਤ ਤੱਕ ਅਰਜ਼ੀ ਦੇ ਸਕਦਾ ਹੈ। ਦੋਹਰਾ ਟੈਕਸ ਲਾਉਣ ਤੋਂ ਬਚਾ। ਕੋਰੋਨਾ ਕਾਰਨ ਬੀਤੇ ਸਾਲ ਮਾਰਚ ਤੋਂ ਮਈ ਤੱਕ ਭਾਰਤ 'ਚ ਕਮੌਤਰੀ ਉਡਾਨਾਂ ਬੰਦ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ ਫਸ ਗਏ। ਨਿਯਮਾਂ ਦੇ ਅਨੁਸਾਰ ਇਸ ਸਥਿਤੀ ਵਿੱਚ ਭਾਰਤ ਦੇ ਨਾਲ ਉਹਨਾਂ ਨੂੰ ਆਪਣੇ ਮੂਲ ਦੇਸ਼ 'ਚ ਵੀ ਟੈਕਸ ਦੇਣਾ ਪਵੇਗਾ। ਹਾਲਾਂਕਿ ਭਾਰਤ ਸਰਕਾਰ ਨੇ ਦੋਹਰਾ ਟੈਕਸ ਲਾਉਣ ਤੋਂ ਬਚਾਉਣ ਲਈ ਸੈਵੇ ਘੋਸ਼ਣਾ ਪੱਤਰ ਦੇਣ ਦੀ ਸਹੂਲਤ ਦਿੱਤੀ ਹੈ। 31 ਮਾਰਚ ਤੋਂ ਪਹਿਲਾਂ ਅਜਿਹਾ ਕਰਕੇ ਦੋਹਰੇ ਟੈਕਸ ਤੋਂ ਬਚਿਆ ਜਾ ਸਕਦਾ ਹੈ। ਨੰਬਰ 8, ਐਮਰਜੈਂਸੀ ਲੋਨ ਸਕੀਮ। ਭਾਰਤ ਸਰਕਾਰ ਨੇ ਕਾਰੋਬਾਰੀਆਂ ਅਤੇ ਆਤਮ ਨਿਰਭਰ ਭਾਰਤ ਪੈਕੇਜ ਦੇ ਤਹਿਤ ਪਿਛਲੇ ਸਾਲ ਗਰੰਟੀਸ਼ੁਦਾ ਕਰਜ਼ਾ ਸਹੂਲਤ ਤੇ ਸ਼ੁਰੂਆਤ ਕੀਤੀ ਸੀ। ਇਹ ਯੋਜਨਾ 31 ਮਾਰਚ 2021 ਨੂੰ ਖਤਮ ਹੋਵੇਗੀ। ਤੁਸੀਂ ਇਸ ਮਿਤੀ ਤੋਂ ਪਹਿਲਾਂ ਅਰਜ਼ੀ ਦੇ ਕੇ ਸਹੂਲਤ ਦਾ ਲਾਭ ਲੈ ਸਕਦੇ ਹੋ। ਨੰਬਰ 9, ਵਿਵਾਦ ਤੇ ਵਿਸ਼ਵਾਸ ਸਕੀਮ। ਸਰਕਾਰ ਨੇ ਟੈਕਸ ਅਦਾ ਕਰਨ ਵਾਲੇ ਅਤੇ ਟੈਕਸ ਵਿਵਾਦ ਨੂੰ ਸੁਲਝਾਉਣ ਲਈ ਵਿਵਾਦ ਅਤੇ ਵਿਸ਼ਵਾਸ ਯੋਜਨਾ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਤੁਸੀਂ 31 ਮਾਰਚ ਤੱਕ ਅਰਜ਼ੀ ਦੇ ਸਕਦੇ ਹੋ। ਇਸ ਦੇ ਤਹਿਤ ਆਵੇਦਨ ਕਰਨ 'ਚ ਸਖਤ ਨਿਯਮ ਬਣਾਏ। ਸਖਤ ਨਿਯਮ ਦੀ ਬਜਾਏ ਨਰਮੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਨੇ।